ਲਾਹੌਰ ਪ੍ਰੈਸ ਕਲੱਬ ਦੀ ਕਮੇਟੀ ਅਦਬੋ ਸਹਾਫਤ ਦੇ ਝੰਡੇ ਥੱਲੇ ਹੋਣ ਵਾਲੇ ਹਫ਼ਤੇਵਾਰ ਪ੍ਰੋਗਰਾਮ ਵਿੱਚ ਹਮੇਸ਼ਾ ਉੱਚੇ ਤੇ ਵੱਡੇ ਪਰੌਣਿਆਂ ਨੇ ਸ਼ਿਰਕਤ ਕੀਤੀ ਹੈ। ਗੁਜ਼ਸ਼ਤਾ ਹਫ਼ਤੇ ਦੀ ਰਾਤ ਨੂੰ ਹੋਣ ਵਾਲੇ ਪ੍ਰੋਗਰਾਮ ਵਿੱਚ ਲਖਾਰੀ ਖੋਜੀ ਮੁਦੱਸਰ ਬਸ਼ੀਰ ਮਹਿਮਾਨੇ ਖਸੂਸੀ ਦੀ ਹਸੀਅਤ ਨਾਲ ਸ਼ਰੀਕ ਸਨ, ਜਿਹਦੇ ਵਿੱਚ ਉਹਨਾਂ ਦੀ ਕਿਤਾਬ ਲਾਹੌਰ ਦੀਆਂ ਮਸੀਤਾਂ ਤੇ ਗੱਲ ਹੋਈ। सिर्फ 44 ਮਸੀਤਾਂ ਜਿਹੜੀਆਂ ਨੇ ਇਨਫ ਨਹੀਂ ਹੈਗਾ। ਲਾਹੌਰ ਦੀਆਂ ਬਹੁਤ ਸਾਰੀ ਮਸੀਤਾਂ ਹੋਰ ਨੇ ਜਿੱਥੇ ਬਹੁਤ ਜ਼ਿਆਦਾ ਹਿਸਟੋਰੀਕਲ ਉਹਨਾਂ ਦਾ ਬੈਕਗਰਾਉਂਡ ਹੈ, ਉਹਨਾਂ ਦਾ ਬਹੁਤ ਕੰਟਰੀਬਿਊਸ਼ਨ ਰਿਹਾ, ਕਿਉਂਕਿ ਮਸੀਤਾਂ ਦੇ ਨਾਲ ਮਦਰਸੇ ਵੀ ਹੁੰਦੇ ਸਨ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਰਸ਼ੀਅਨ ਪੜ੍ਹਾਈ ਜਾਂਦੀ ਸੀ, ਮੈਥਮੈਟਿਕਸ ਸੀ, ਫਲਕੀਆਤ ਸੀ, ਸਿਤਾਰਿਆਂ ਦਾ ਇਲਮ ਹੈਗਾ ਸੀ, ਬਹੁਤ ਕੁਝ ਉਹਨਾਂ ਮਸੀਤਾਂ ਦੇ ਨਾਲ ਹੈਗਾ ਸੀ। ਲੇਕਿਨ ਅਸੀਂ ਦੇਖਦੇ ਹਾਂ ਕਿ ਜੀ ਜਿਸ ਤਰ੍ਹਾਂ ਬ੍ਰਿਟਿਸ਼ ਪੀਰੀਅਡ ਆਉਂਦਾ ਹੈ ਅਤੇ ਗ੍ਰੈਜੂਅਲੀ ਮਸੀਤਾਂ ਦਾ ਜਿਹੜਾ ਅਮਲ ਦਖਲ ਹੈਗਾ ਉਹ ਹੋਰ ਤੋਂ ਹੋਰ ਹੁੰਦਾ ਜਾਂਦਾ ਸੁਸਾਇਟੀ ਦੇ ਵਿੱਚ। ਐਂਡ ਲਾਹੌਰ ਦੇ ਵਿੱਚ ਪਿਛਲੇ 20-30 ਸਾਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ 24 ਘੰਟੇ ਦਾ ਇੰਸਟੀਟਿਊਸ਼ਨ ਹੈਗਾ ਸੀ ਉਹ 24 ਘੰਟੇ ਦਾ ਨਹੀਂ ਰਹਿੰਦਾ ਹੈਗਾ, ਉਹ ਹੁਣ ਸਿਰਫ ਸਵਾ ਘੰਟੇ ਦਾ ਰਹਿ ਗਿਆ ਹੈ। ਦੇਖੋ ਜਿਹੜੀ ਮਸੀਤਾਂ ਸਨ ਉਹ ਬਿਲਕੁਲ ਸੈਂਟਰ ਪੁਆਇੰਟ ਸੀ, ਉਵੇਂ ਹੀ ਜਿਵੇਂ ਦੂਸਰੀ ਕਮਿਊਨਿਟੀਜ਼ ਦੇ ਮੰਦਰ ਹੈਗੇ ਸਨ, ਗੁਰਦੁਆਰੇ ਸਨ, ਜਿਵੇਂ ਉਹਨਾਂ ਦੇ ਬਹੁਤ ਸਾਰੇ ਮਾਮਲੇ ਉੱਥੇ ਜਾ ਕੇ ਰਿਜ਼ੋਲਵ ਹੁੰਦੇ ਸਨ, ਇਸੇ ਤਰ੍ਹਾਂ ਸਾਡੀ ਮਸੀਤਾਂ ਦੇ ਵਿੱਚ ਮੁਸਾਫਿਰ ਆ ਕੇ ਠਹਿਰਦੇ ਸਨ, ਜੰਜਾਂ ਆ ਕੇ ਠਹਿਰਦੀਆਂ ਸਨ, ਤਲਾਕਾਂ ਦੇ ਫੈਸਲੇ ਉੱਥੇ ਹੁੰਦੇ ਸਨ, ਜਾਇਦਾਦਾਂ ਦੇ ਫੈਸਲੇ ਉੱਥੇ ਹੁੰਦੇ ਸਨ। ਜਿਹੜਾ ਇਮਾਮ ਮਸੀਤ ਹੁੰਦਾ ਸੀ ਉਹਦਾ ਕਰੈਕਟਰ ਇੰਨਾ ਸਟਰੋਂਗ ਹੁੰਦਾ ਸੀ ਕਿ ਉਹ ਪੂਰੇ ਮਹੱਲੇ ਦੀ ਸੈਂਟਰ ਫਿਗਰ ਹੁੰਦਾ ਸੀ। ਜੋ ਸ਼ੈ ਇੱਕ ਇਮਾਮ ਮਸੀਤ ਨੇ ਕਹਿ ਦਿੱਤੀ ਪੂਰਾ ਮਹੱਲਾ ਉਹਨੂੰ ਫੋਲੋ ਕਰਦਾ ਸੀ। ਪੰਜਾਬੀ ਜ਼ੁਬਾਨ ਦੇ ਸ਼ਾਇਰ ਐਂਕਰ ਅਫਜ਼ਲ ਸੈਰ ਦਾ ਕਹਿਣਾ ਸੀ, ਦੇਖੋ ਜੀ ਸਾਰੇ ਮਜ਼ਹਬਾਂ ਦੀਆਂ ਜਿਹੜੀਆਂ ਇਬਾਦਤ ਗਾਹਾਂ ਸਨ ਉਹਨਾਂ ਦਾ ਜੋ ਬੁਨਿਆਦੀ ਮਕਸਦ ਸੀ, ਭਾਵੇਂ ਉਹ ਮੰਦਰ ਨੇ, ਭਾਵੇਂ ਉਹ ਮਸੀਤਾਂ ਨੇ ਜਾਂ ਗੁਰਦੁਆਰੇ ਨੇ, ਚਰਚ ਨੇ, ਸਨਾਗੋਗ ਨੇ, ਇਹ ਸਾਰੇ ਹੀ ਬੰਦਿਆਈ ਦੀ ਲੋਕਾਂ ਦੀ ਆਪਸੀ ਸਾਂਝ, ਆਪਸੀ ਮਿਲ ਵਰਤਣ, ਵਾਹ ਪੈਂਦੇ ਮਾਮਲੇ ਮਸਲੇ ਉਹਨਾਂ ਦਾ ਹੱਲ ਔਰ ਉਹਦੇ ਨਾਲ ਰੱਬ ਦੀ ਇਬਾਦਤ ਜਿਹੜੀ ਹੈ ਉਹ ਕਰਦੇ ਸਨ ਲੋਕ। ਔਰ ਉਹਦੇ ਲਈ ਥਾਂ ਵੀ ਹੁੰਦੀ ਸੀ ਇਬਾਦਤ ਵਾਲੀ, ਔਰ ਨਾਲ ਕਮਿਊਨਿਟੀ ਸੈਂਟਰ ਹੁੰਦੇ ਸਨ। ਔਰ ਉਹ ਇਹ ਸਾਂਝਾਂ ਜਿਹੜੀਆਂ ਨੇ ਇਹ ਮਤਲਬ ਉਹਦੇ ਵਿੱਚ ਸਾਰੇ ਹੀ ਵਾਹ ਪੈਂਦੇ ਮਾਮਲੇ ਮਸਲੇ ਹੱਲ ਕੀਤੇ ਜਾਂਦੇ ਸਨ ਔਰ ਇਹ ਹੀ ਮਕਸਦ ਸਨ ਸਾਰੀਆਂ ਮਜ਼ਹਬਾਂ ਦੀਆਂ ਜਿਹੜੀਆਂ ਇਬਾਦਤਗਾਹਾਂ ਨੇ। ਅਤੇ ਬਾਕੀ ਸਾਡੇ ਕਿੱਸਿਆਂ ਦੇ ਵਿੱਚ ਵੀ ਇਹ ਇਸ਼ਾਰੇ ਮਿਲਦੇ ਨੇ ਕਿ ਮਸੀਤਾਂ ਦੇ ਅੰਦਰ ਵੀ ਸਾਰੇ ਲੋਕਾਂ ਦੇ ਜਿਹੜੇ ਮਸਲੇ ਜਿਹੜੇ ਨੇ ਉਹ ਹੁੰਦੇ ਸਨ। ਉਹ ਜਿਵੇਂ ਵਾਰਿਸ ਸ਼ਾਹ ਨੇ ਆਪਣੀ ਦੱਸਿਆ ਕਿਤਾਬ ਦੇ ਵਿੱਚ, ਹੀਰ ਵਾਰਿਸ ਸ਼ਾਹ 'ਚ ਉਹ ਪੂਰਾ ਟੈਕਸਟ, ਉਹ ਪੂਰਾ ਕੋਰਸ ਜਿਹੜਾ ਪੜ੍ਹਾਇਆ ਜਾਂਦਾ ਸੀ ਮਦਰਸੇ 'ਚ, ਮਸੀਤ ਦੇ ਵਿੱਚ, ਉਹਦੇ ਵਿੱਚ ਈਵਨ ਹਿੰਦੂ ਆਥਰਸ ਦੀਆਂ ਕਿਤਾਬਾਂ ਵੀ ਸਾਡੇ ਨਿਸਾਬ 'ਚ ਰਹੀਆਂ ਨੇ ਜੋ ਮਦਰਸਿਆਂ 'ਚ ਪੜ੍ਹਾਇਆ ਜਾਂਦਾ ਰਿਹਾ। ਔਰ ਸਾਡਾ ਪੂਰਾ ਲਿਟਰੇਸੀ ਸਿਸਟਮ ਜਿਹੜਾ ਹੈ ਹਿੰਦੁਸਤਾਨ ਦਾ ਰਿਹਾ ਪਾਕਿਸਤਾਨ ਬਣਨ ਤੋਂ ਪਹਿਲੇ ਦਾ, ਕੋਈ ਇਸ ਤੋਂ ਬਣਨ ਤੋਂ ਕੋਈ 80-90 ਸਾਲ ਪਹਿਲੇ ਦਾ, ਜਿਹਦੇ ਉੱਤੇ ਲੈਟਨਰ ਨੇ ਕੰਮ ਕੀਤਾ। ਲੈਟਨਰ ਨੇ ਇੰਡੀਜੀਨਸ ਐਜੂਕੇਸ਼ਨ ਸਿਸਟਮ ਜਿਹੜਾ ਪੰਜਾਬ ਦਾ, ਉਹਦੇ ਉੱਤੇ ਬੜੀ ਇੱਕ ਸੋਲਿਡ ਵੱਡੀ ਰਿਸਰਚ ਬੁੱਕ ਲਿਖੀ ਹੈ, ਕਿਤਾਬ ਲਿਖੀ ਹੈ ਪੰਜਾਬ ਦੇ ਵਿੱਚ ਦੇਸੀ ਤਾਲੀਮ। ਉਹਦੇ ਵਿੱਚ ਉਹ ਖੁਦ 80% ਤੋਂ ਵੱਧ ਲਿਟਰੇਸੀ ਰੇਟ ਪੰਜਾਬ ਦਾ ਮੰਨਦਾ। ਤਾਂ ਉਸ ਵੇਲੇ ਹਰ ਮਸੀਤ, ਹਰ ਮੰਦਰ ਔਰ ਹਰ ਗੁਰਦੁਆਰੇ ਦੇ ਨਾਲ ਇੱਕ ਧਰਮਸ਼ਾਲਾ, ਪਾਠਸ਼ਾਲਾ ਜਾਂ ਮਦਰਸਾ ਹੁੰਦਾ ਸੀ। ਔਰ ਉਹਨੇ ਤਾਂ ਖੈਰ ਜਿਹੜਾ ਕੰਮ ਕੀਤਾ ਉਹਦੇ ਵਿੱਚ ਉਹਨਾਂ ਨੇ ਸਾਰੇ ਪੰਜਾਬ ਦੇ ਮਦਰਸੇ, ਕਿੰਨੇ ਸਕੂਲ ਨੇ, ਕਿੰਨੇ ਟੀਚਰ ਨੇ, ਕਿੰਨੇ ਸਟੂਡੈਂਟਸ ਨੇ, ਕਿਹੜੇ ਕੋਰਸ ਔਰ ਕਿਹੜੀ ਥਾਂ 'ਤੇ ਕਿਹੜੀ ਕਿਤਾਬ ਪੜ੍ਹਾਈ ਜਾਂਦੀ ਹੈ, ਕਿੱਥੋਂ ਫੰਡਿੰਗ ਹੋ ਰਹੀ ਹੈ, ਉਹ ਸਾਰੇ ਦੀ ਡਿਟੇਲ ਉਸ ਕਿਤਾਬ ਦੇ ਵਿੱਚ ਹੈ। ਅਤੇ ਇਹ ਜਿਹੜਾ ਇਬਾਦਤਗਾਹਾਂ ਦੇ ਨਾਲ ਮਦਰਸੇ ਦਾ ਜਾਂ ਸਕੂਲ ਦਾ ਜਿਹੜਾ ਤਸੱਵਰ ਹੈ, ਇਹ ਵੀ ਸਾਡਾ ਦੇਸੀ ਨਿਜ਼ਾਮੇ ਤਾਲੀਮ ਦਾ ਹਿੱਸਾ ਰਿਹਾ ਹੈ। ਅਤੇ ਉਹ ਅੱਜ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਲਿਟਰੇਸੀ ਰੇਟ 8-10% ਵੀ ਨਹੀਂ ਹੈ, ਖਿੱਚ ਧਰੂ ਕਰਕੇ ਵੀ ਹੜੇ ਤੋਤਿਆਂ ਨੂੰ ਵਿੱਚ ਪਾ ਲਈਏ ਅਤੇ ਅਸਗਨੇਟਰੀਆਂ ਨੂੰ ਵੀ ਪਾ ਲਈਏ ਅਤੇ ਹੁਣ ਅਸੀਂ ਵੇਖਦੇ ਹਾਂ ਕਿ ਉਹ ਅੰਗਰੇਜ਼ ਨਹੀਂ ਸੀ ਆਇਆ ਅਤੇ ਅਸੀਂ 100 ਚੋਂ 80 ਲੋਕ ਪੜ੍ਹੇ ਸਾਂ ਔਰ ਪੂਰੇ ਹਿੰਦੁਸਤਾਨ ਦੇ ਵਿੱਚ 73% ਸਕੂਲ ਸਿਰਫ ਪੰਜਾਬ 'ਚ ਸਨ। ਇੰਨਾ ਪੰਜਾਬ ਪੜ੍ਹਿਆ ਲਿਖਿਆ ਸੀ ਔਰ ਇੰਨਾ ਕਿਤਾਬ ਪੜ੍ਹਨ ਦਾ ਇੰਨਾ ਰਿਵਾਜ ਸੀ। ਅੰਗਰੇਜ਼ ਦੌਰ ਤੋਂ ਪਹਿਲੇ ਤਮਾਮ ਮਜ਼ਹਬਾਂ ਦੀਆਂ ਇਬਾਦਤਗਾਹਾਂ ਕਮਿਊਨਿਟੀ ਸੈਂਟਰ ਦਾ ਦਰਜਾ ਰੱਖਦੀਆਂ ਸਨ, ਜਿਹਦੇ ਵਿੱਚ ਵੱਡੇ ਤੋਂ ਵੱਡੇ ਫੈਸਲੇ ਵੀ ਹੁੰਦੇ ਸਨ। ਤਨਵੀਰ ਅਹਿਮਦ, ਸਿਟੀ ਨਿਊਜ਼, ਲਾਹੌਰ।